ਕਈ ਵਾਰੀ ਬਹੁਤ ਪਹਿਲਾਂ ਖੇਡਣ ਵਾਲੇ ਬੰਦੇ ਥੱਕ ਜਾਂਦੇ ਹੁੰਦੇ ਜਦੋਂ ਅਖੀਰ ਜਿਹਾ ਸਮਾਂ ਆਉਂਦਾ ਨਾ। ਸੋ ਇਸ ਕਰਕੇ ਸਮੇਂ ਸਿਰ ਹੀ ਕਰਨਾ ਚਾਹੀਦਾ ਜੋ ਕਰਨਾ ਚਾਹੀਦਾ। ਜਿਹੜੀ ਬੀਜੇਪੀ ਆ ਇੱਦਾਂ ਦੇ ਡਰਾਮੇ ਪਿਛਲੇ ਸਮੇਂ 'ਚ ਕਰਦੀ ਰਹੀ ਆ, ਕਿਉਂਕਿ ਜਿੱਥੇ 70,000 ਬੰਦਾ ਇਕੱਠਾ ਹੋਣਾ ਸੀ ਉੱਥੇ 700 ਹੋਇਆ। ਪੰਜਾਬ ਨੂੰ ਕੋਈ ਇਕੱਲਾ ਬੰਦਾ ਜਿਹੜਾ ਆ ਅੱਗੇ ਨਹੀਂ ਲਿਜਾ ਸਕਦਾ, ਪੰਜਾਬ ਨੂੰ ਤਾਂ ਇੱਕ ਟੀਮ ਅੱਗੇ ਲੈ ਕੇ ਜਾ ਸਕਦੀ। ਮੈਂ ਤਾਂ ਲਗਭਗ 3.5 ਸਾਲ ਲੜਿਆ, ਮੈਂ ਤਾਂ ਸਾਲ ਕੀ ਚੁੱਪ ਰਿਹਾ ਸੀਗਾ ਜੀ। ਸਾਲ ਕੁ ਤੋਂ ਬਾਅਦ ਮੈਨੂੰ ਇਹ ਅਸੈਸਮੈਂਟ ਹੋ ਗਈ ਸੀ ਵੀ ਇਹ ਡਿਜ਼ਾਈਨ ਜਿਹੜਾ ਬੀਜੇਪੀ ਦਾ ਕੀਤਾ ਹੋਇਆ ਜੀ, ਉਹਦੀ ਐਗਜ਼ੀਕਿਊਸ਼ਨ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਆ ਔਰ ਸਪੋਰਟ ਉਹਨੂੰ ਸੁਖਬੀਰ ਸਿੰਘ ਬਾਦਲ ਕਰ ਰਹੇ ਆ ਜੀ। ਮੇਰੇ ਖਿਆਲ ਪਹਿਲੀ ਜਿਹੜੀ ਆ ਉਹ ਆਲਮੋਸਟ ਕੱਲ੍ਹ ਨੂੰ ਜਾਂ ਮੈਕਸਿਮਮ ਪਰਸੋਂ ਤੱਕ ਕਿੰਨੀਆਂ ਸੀਟਾਂ ਜਾਰੀ ਹੋਈਆਂ ਡਿਪੈਂਡ ਕਰਦਾ, ਪਰ ਮੇਰਾ ਖਿਆਲ ਹੈ ਕਿ ਜ਼ਰੂਰ 60, 65, 70 ਦੇ ਕਰੀਬ। ਉੱਚ ਦੁਆਬੇ ਦੀ ਵੀ ਕੋਈ ਹੈ ਜੀ? ਨਹੀਂ, ਪਹਿਲਾਂ ਤਾਂ ਜਿਹੜੀਆਂ ਸਿਟਿੰਗ ਐਮਐਲਏਜ਼ ਹੈਗੀ ਆ ਉਹਨਾਂ ਦੇ ਵਿੱਚੋਂ, ਕਿਉਂਕਿ ਸਾਡੇ ਕੋਲ 80 ਸਿਟਿੰਗ ਐਮਐਲਏ ਆ, ਸੋ ਉਹਦੇ ਵਿੱਚੋਂ ਮੈਨੂੰ ਲੱਗਦਾ ਪਹਿਲੀ ਲਿਸਟ ਤਾਂ ਉਹਦੇ ਵਿੱਚੋਂ ਹੀ ਆਊਗੀ। ਪਰ ਸਿਟਿੰਗ ਦੇ ਵਿੱਚੋਂ ਜਿਹਦਾ ਚਰਚਾਵਾਂ ਆ ਜੀ, ਕਹਿੰਦੇ ਕਈ ਤਾਂ ਸਿਟਿੰਗ ਐਮਐਲਏ ਦੀ ਟਿਕਟਾਂ ਕੱਟ ਹੋ ਰਹੀਆਂ ਜੀ। ਚਲੋ ਉਹ ਤਾਂ ਬੇਸਿਕਲੀ ਦੇਖੋ ਸਰਵੇ ਹੈਗਾ, ਸਰਵੇ ਦੇ ਮੁਤਾਬਕ ਜਿਹੜੀ ਵਿਨੇਬਿਲਿਟੀ ਆ ਉਹ ਮੇਨ ਕ੍ਰਾਈਟੇਰੀਆ ਹੈਗਾ ਔਰ ਫਿਰ ਪਾਰਟੀ ਨੇ ਕਈ ਵਾਰੀ ਕਈ ਕੰਬੀਨੇਸ਼ਨ ਵਗੈਰਾ ਦੇਖਣੇ ਹੁੰਦੇ ਆ, ਸੋ ਉਹਦੇ ਮੁਤਾਬਕ ਇਹ ਜਿਹੜਾ ਵਰਕਆਊਟ ਹੋ ਰਿਹਾ। ਸਰ ਚਰਚਾ ਆ 20 ਐਮਐਲਏ ਦੀ ਸਿਟਿੰਗ ਦੀਆਂ ਟਿਕਟਾਂ ਕੱਟ ਹੋ ਰਹੀਆਂ, ਸਹੀ ਗੱਲ ਹੈ ਯਾਰ ਮੈਂ ਇਹਦੇ ਤੇ ਕੋਈ ਬਹੁਤਾ ਕੋਈ ਕਮੈਂਟ ਨਹੀਂ ਇਸ ਕਰਕੇ ਕਰ ਸਕਦਾ ਕਿ ਮੈਂ ਕੋਈ ਫਾਈਨਲ ਅਥਾਰਟੀ ਨਹੀਂ, ਮੈਂ ਤਾਂ ਆਪਣੀ ਸਿਰਫ ਰਾਏ ਦੇਣ ਵਾਲਾ ਬੰਦਾ ਆ ਵੀ ਆਹ ਗੱਲ ਠੀਕ ਹੈਗੀ ਆ। ਮੇਰੀ ਆਪਣੀ ਪਰਸਨਲ ਕੋਸ਼ਿਸ਼ ਇਹ ਹੁੰਦੀ ਆ ਵੀ ਚੰਗਾ ਕਿਰਦਾਰ ਜਿਹੜਾ ਉਹ ਪੋਲਿਟਿਕਸ ਦੇ ਵਿੱਚ ਲਿਆਂਦਾ ਜਾਵੇ, ਕਿਉਂਕਿ ਕਈ ਵਾਰੀ ਤੁਸੀਂ ਮਾੜੇ ਕਿਰਦਾਰ ਨੂੰ ਵਿੱਚ ਲਿਆ ਕੇ ਉਹਦੇ ਕੋਲ ਚੰਗੇ ਦਿਨਾਂ ਦੀ ਆਸ ਰੱਖਦੇ ਆ। ਮੇਰਾ ਤਾਂ ਇੰਨਾ ਕੀ ਸਬਜੈਕਟ ਆ ਵੀ ਉਹਦੀ ਵਿਨੇਬਿਲਿਟੀ ਵੀ ਹੋਵੇ ਲੇਕਿਨ ਚੰਗਾ ਕਿਰਦਾਰ ਹੋਵੇ, ਕਿਉਂਕਿ ਪੋਲੀਟੀਸ਼ੀਅਨਸ ਤੇ ਲੋਕਾਂ ਨੂੰ ਇਤਬਾਰ ਬਹੁਤਾ ਰਿਹਾ ਨਹੀਂ ਹੈ, ਸੋ ਉਹਦੇ ਲਈ ਕੋਸ਼ਿਸ਼ ਮੇਰੀ ਤਾਂ ਹੁੰਦੀ ਹੈ। ਸਰ ਬਾਕੀ ਪਾਰਟੀਆਂ ਵੱਲੋਂ ਤਾਂ 2-2 ਮਹੀਨੇ 2.5 ਮਹੀਨੇ ਹੋ ਗਿਆ ਆਪਣੇ ਉਮੀਦਵਾਰ ਜਿਹੜੇ ਕੈਂਡੀਡੇਟ ਨੂੰ ਕੋਸ਼ਿਸ਼ ਕੀਤਿਆਂ ਨੂੰ, ਨੁਕਸਾਨ ਹੋਊਗਾ ਕਾਂਗਰਸ ਪਾਰਟੀ ਨੂੰ ਡੇਟ ਨਾਲ? ਕਈ ਵਾਰੀ ਬਹੁਤ ਪਹਿਲਾਂ ਖੇਡਣ ਵਾਲੇ ਬੰਦੇ ਥੱਕ ਜਾਂਦੇ ਹੁੰਦੇ ਜਦੋਂ ਅਖੀਰ ਜਿਹਾ ਸਮਾਂ ਆਉਂਦਾ ਨਾ, ਸੋ ਇਸ ਕਰਕੇ ਸਮੇਂ ਸਿਰ ਹੀ ਕਰਨਾ ਚਾਹੀਦਾ ਜੋ ਕਰਨਾ ਚਾਹੀਦਾ। ਸਰ ਕੋਵਿਡ ਦੀ ਗਾਈਡਲਾਈਨਸ ਆ ਗਈਆਂ ਕਿਉਂਕਿ ਉਹਨਾਂ ਕਾਫੀ ਵਰਕ ਕੀਤਾ ਹੋਊਗਾ ਤੇ ਕੋਵਿਡ ਕਰਕੇ ਉਹ ਸਾਰਿਆਂ ਲਈ ਇੱਕੋ ਜਿਹਾ ਹੀ ਆ ਜੀ, ਕਿਉਂਕਿ ਜਿਹੜੀਆਂ ਕੋਵਿਡ ਦੀਆਂ ਗਾਈਡਲਾਈਨਸ ਹੈਗੀਆਂ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਲਈ ਇੱਕੋ ਜਿਹੀਆਂ ਹੈਗੀਆਂ। ਉਹਦੇ ਵਿੱਚ ਵਰਚੁਅਲ ਵੀ ਹੋਊਗਾ, ਉਹਦੇ ਵਿੱਚ ਸੋਸ਼ਲ ਮੀਡੀਆ ਵੀ ਹੋਊਗਾ। ਅੱਜ ਕੱਲ੍ਹ ਲੋਕੀ ਸਿਆਣੇ ਬਹੁਤ ਹੋ ਗਏ, ਮੈਨੂੰ ਲੱਗਦਾ ਕਿ ਉਸ ਪੈਟਰਨ ਨੂੰ ਚੇਂਜ ਕਰ ਲੈਣਾ ਚਾਹੀਦਾ। ਮੈਂ ਤਾਂ ਇੱਕੋ ਹੀ ਕੋਸ਼ਿਸ਼ ਕਰਦਾ ਹੁੰਦਾ ਕਿ ਚਾਹੇ ਅਕਰੋਸ ਦਾ ਪਾਰਟੀ ਲਾਈਨ ਇਹਦੇ ਵਿੱਚ ਚੰਗੇ ਕਿਰਦਾਰਾਂ ਨੂੰ ਜ਼ਰੂਰ ਵੋਟ ਪਾਉਣੀ ਚਾਹੀਦੀ ਆ, ਕਿਉਂਕਿ ਜੇ ਚੰਗੇ ਕਿਰਦਾਰ ਨਹੀਂ ਆਉਣਗੇ ਅਕਰੋਸ ਦਾ ਪਾਰਟੀ ਲਾਈਨ ਔਰ ਹੌਲੀ ਹੌਲੀ ਫਿਰ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਗੱਲ ਸਮਝ ਆਊਗੀ ਵੀ ਅਸੀਂ ਚੰਗੇ ਬੰਦੇ ਇਹਦੇ ਵਿੱਚ ਲੈ ਕੇ ਆਉਣੇ ਆ। ਸਰ ਭਾਜਪਾ ਪਾਰਟੀ ਵੱਲੋਂ ਜੋ ਪੀਐਮ ਦੀ ਰੈਲੀ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਰੋਸ ਮੁਜ਼ਾਹਰੇ ਵਗੈਰਾ ਕੀਤੇ ਜਾ ਰੈਲੀਆਂ ਕੀਤੀਆਂ ਜਾ ਰਹੀਆਂ ਹੈਗੀਆਂ ਵੀ ਉਹਨਾਂ ਦੀ ਸੁਰੱਖਿਆ ਵਿੱਚ ਜਿਹੜਾ ਆ ਉਹ ਖੇਡਿਆ ਗਿਆ ਸੁਰੱਖਿਆ ਦੇ ਨਾਲ, ਤੇ ਪੰਜਾਬ ਸਰਕਾਰ ਤੇ ਬਹੁਤ ਵੱਡੇ ਇਲਜ਼ਾਮ ਲਗਾਏ ਜਾ ਰਹੇ ਆ। ਨਹੀਂ ਦੇਖੋ, ਇਹਦੇ ਦੋ ਪਹਿਲੂ ਆ। ਇੱਕ ਪਹਿਲੂ ਤਾਂ ਇਹ ਹੈ ਕਿ ਪ੍ਰਾਈਮ ਮਿਨਿਸਟਰ ਦੀ ਜਿਹੜੀ ਖਾਸ ਕਰਕੇ VVIP ਸਿਕਿਉਰਿਟੀ ਦੀ ਬਲੂ ਬੁੱਕ ਹੁੰਦੀ ਆ, ਕਿਉਂਕਿ ਮੇਰੀ ਬੈਕਗਰਾਊਂਡ ਪੁਲਿਸ ਦੀ ਹੈਗੀ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਕੋਤਾਹੀ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਉਹਦੇ ਲਈ ਮੈਨੂੰ ਅਫਸੋਸ ਹੈ। ਪਰ ਕਿਉਂ ਦੂਜਾ ਐਂਗਲ ਇਹ ਹੈ ਕਿ ਜਿਹੜੀ ਬੀਜੇਪੀ ਆ ਇੱਦਾਂ ਦੇ ਡਰਾਮੇ ਪਿਛਲੇ ਸਮੇਂ 'ਚ ਕਰਦੀ ਰਹੀ ਹੈ, ਕਿਉਂਕਿ ਜਿੱਥੇ 70,000 ਬੰਦਾ ਇਕੱਠਾ ਹੋਣਾ ਸੀ ਉੱਥੇ 700 ਹੋਇਆ, ਤਾਂ ਉਹ ਇਸ ਕਰਕੇ ਉਹ ਇਸ ਚਰਚਾ ਦਾ ਵਿਸ਼ਾ ਪੋਲੀਟੀਕਲ ਐਂਗਲ ਤੋਂ ਇਹ ਹੈਗਾ ਕਿ ਹਾਂ ਵੀ ਇਹਨਾਂ ਦੇ ਕੋਲੋਂ ਬੰਦੇ ਨਹੀਂ ਇਕੱਠੇ ਹੋਏ, ਇਸ ਕਰਕੇ ਸਾਰਾ ਕੁਝ ਹੋਇਆ। ਸੋ ਜਿਹੜਾ ਇਹਦਾ ਸਿਕਿਉਰਿਟੀ ਐਂਗਲ ਆ ਉਹਦੇ ਵਿੱਚ ਇਹ ਵੀ ਨਹੀਂ ਹੁੰਦਾ ਵੀ ਇਕੱਲੀ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ, ਇਹਦੇ ਵਿੱਚ ਬਹੁਤ ਏਜੰਸੀਜ਼ ਇਨਵੋਲਵ ਹੁੰਦੀਆਂ, ਈਵਨ ਕਿ ਇੱਥੋਂ ਤੱਕ ਕਿ ਜਿਹੜਾ ਏਅਰ ਟ੍ਰੈਫਿਕ ਹੁੰਦਾ ਉਹ ਵੀ ਕੰਟਰੋਲਡ ਹੁੰਦਾ ਉਸ ਸਮੇਂ 'ਤੇ ਜਦੋਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਇੱਥੇ ਹੁੰਦੀ ਆ ਫੇਰੀ ਜਾਂ ਉਹਨਾਂ ਦੀ ਮੂਵਮੈਂਟ ਹੁੰਦੀ ਆ। ਸੋ ਇਸ ਕਰਕੇ ਉਹਦੇ ਵਿੱਚ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਆ, ਜਿੰਨੀਆਂ ਏਜੰਸੀਜ਼ ਜਾਂ ਜਿੰਨਾ ਰੋਲ ਹੈਗਾ ਉਹਨੂੰ ਉਸ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਆ, ਤਾਂ ਕਿ ਇੱਦਾਂ ਦੀ ਗੱਲ ਜਿਹੜੀ ਦੁਬਾਰਾ ਨਾ ਹੋ ਸਕੇ। ਕਾਂਗਰਸ CM ਚਿਹਰਾ ਵੀ ਅਨਾਉਂਸ ਕਰੂਗਾ ਜੀ ਇਲੈਕਸ਼ਨ ਤੋਂ ਬਾਅਦ? ਕਾਂਗਰਸ ਦੀ ਬੇਸਿਕਲੀ ਕੋਲੈਕਟਿਵ ਜਿਹੜੀ ਲੀਡਰਸ਼ਿਪ ਆ ਉਹਦੇ ਥੱਲੇ ਅਸੀਂ ਲੜ ਰਹੇ ਹੈਗੇ ਆ। ਸੋ ਇਲੈਕਸ਼ਨ ਤੋਂ ਬਾਅਦ CLP ਜਿਹਨੂੰ ਵੀ ਚਾਹੂਗੀ ਉਹ ਚੀਫ ਮਿਨਿਸਟਰ, ਪਰ ਮੈਂ ਹਮੇਸ਼ਾ ਜਿਹੜੀ ਚੀਫ ਮਿਨਿਸਟਰ ਵਾਲੀ ਪੋਲਿਟਿਕਸ ਆ
ਮੈਂ ਉਹਨੂੰ ਡਿਫਰੈਂਟ ਐਂਗਲ ਨਾਲ ਦੇਖਦਾ ਕਿ ਟੀਮ ਖੇਡਦੀ ਚਾਹੀਦੀ ਆ, ਕਿਉਂਕਿ ਕੋਈ ਵੀ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ। ਔਰ ਸਾਡੇ ਇੱਥੇ ਕੀ ਆ ਕਿ ਇੱਕ ਚੀਫ ਮਿਨਿਸਟਰ ਬਣਾ ਲੈਂਦੇ ਆ, ਉਹਦੇ ਆਲੇ ਦੁਆਲੇ ਫਿਰ ਇੰਨਾ ਕੁ ਜਮਾਵੜਾ ਹੋ ਜਾਂਦਾ, ਮੈਨੂੰ ਲੱਗਦਾ ਉਹ ਆਪਣੇ ਹਿੱਸੇ ਦਾ ਕੰਮ ਵੀ ਨਹੀਂ ਕਰ ਪਾਉਂਦਾ। ਸੋ ਮੈਨੂੰ ਲੱਗਦਾ ਟੀਮ ਨੂੰ ਪ੍ਰਮੋਟ ਕਰਨਾ ਚਾਹੀਦਾ, ਟੀਮ ਦੇ ਵਿੱਚ ਜਿਹੜੀ ਵੰਡ ਹੈਗੀ ਆ ਕੰਮ ਦੀ ਉਹ ਹੋਣੀ ਚਾਹੀਦੀ ਆ, ਸੋ ਦੈਟ ਕਿ ਪੰਜਾਬ ਨੂੰ ਕੋਈ ਇਕੱਲਾ ਬੰਦਾ ਜਿਹੜਾ ਆ ਅੱਗੇ ਨਹੀਂ ਲਿਜਾ ਸਕਦਾ, ਪੰਜਾਬ ਨੂੰ ਤਾਂ ਇੱਕ ਟੀਮ ਅੱਗੇ ਲੈ ਕੇ ਜਾ ਸਕਦੀ ਹੈ। ਸਰ ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈਗੀ ਆ, 4.5 ਸਾਲ ਕੈਪਟਨ ਦੀ ਸਰਕਾਰ ਸੀਗੀ। ਜਿਹੜੇ 4.5 ਸਾਲ ਕੈਪਟਨ ਦੀ ਸਰਕਾਰ ਰਹੀ ਆ ਉਹਦੇ ਵਿੱਚ ਜਿਹੜੀਆਂ ਆਪਾਂ ਕਹਿੰਦੇ ਘਾਟਾ ਰਹਿ ਗਈਆਂ, ਕਮੀਆਂ ਰਹਿ ਗਈਆਂ, ਉਹਨੂੰ ਉਹਲੇ ਕਰਕੇ ਆਪਾਂ ਜਿਹੜੀ 110 ਜਾਂ 11 ਦਿਨ ਦੀ ਸਰਕਾਰ ਰਹੀ ਆਪਣੀ ਚੰਨੀ ਹੁਣਾਂ ਦੀ, ਉਹ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈਗਾ। ਉਹ ਜਿਹੜੇ ਘਾਟਾ ਰਹਿ ਗਈਆਂ ਉਹਦਾ ਦੋਸ਼ ਕਿਹਦੇ ਸਿਰ ਦੀ ਹੈ ਜੀ? ਨਹੀਂ, ਮੈਂ ਤਾਂ ਲਗਭਗ 3.5 ਸਾਲ ਲੜਿਆ, ਮੈਂ ਤਾਂ ਸਾਲ ਕੀ ਚੁੱਪ ਰਿਹਾ ਸੀਗਾ ਜੀ। ਸਾਲ ਕੁ ਤੋਂ ਬਾਅਦ ਮੈਨੂੰ ਇਹ ਅਸੈਸਮੈਂਟ ਹੋ ਗਈ ਸੀ ਵੀ ਇਹ ਡਿਜ਼ਾਈਨ ਜਿਹੜਾ ਬੀਜੇਪੀ ਦਾ ਕੀਤਾ ਹੋਇਆ ਜੀ, ਉਹਦੀ ਐਗਜ਼ੀਕਿਊਸ਼ਨ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਆ ਔਰ ਸਪੋਰਟ ਉਹਨੂੰ ਸੁਖਬੀਰ ਸਿੰਘ ਬਾਦਲ ਕਰ ਰਹੇ ਆ ਜੀ। ਸੋ ਮੈਂ ਤਾਂ ਉਦੋਂ ਤੋਂ ਸ਼ੁਰੂ ਹੋ ਕੇ ਇਹ ਠੀਕ ਆ ਵੀ ਸਾਨੂੰ ਉਹਨੂੰ ਲਾਉਣ ਲਈ ਬਹੁਤ ਸਮਾਂ ਲੱਗਾ। ਇੱਕ ਵੱਡੇ ਕੱਦ ਦਾ ਲੀਡਰ ਸੀ ਕੈਪਟਨ ਅਮਰਿੰਦਰ ਸਿੰਘ, ਲੇਕਿਨ ਅਨਫੋਰਚੂਨੇਟਲੀ ਜੋ ਪੰਜਾਬ ਲਈ ਕਰ ਸਕਦੇ ਸੀ ਜਾਂ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਸੋ ਉਹਨੂੰ ਕਿਸੇ ਦੇ ਨਾਂ ਵੀ ਲਾ ਦਿਓ, ਮੈਨੂੰ ਨਹੀਂ ਲੱਗਦਾ ਉਹ ਸਮਾਂ ਪੰਜਾਬ ਨੂੰ ਤਾਂ ਨਹੀਂ ਮੁੜਨਾ। ਲੇਕਿਨ ਇਹ ਜ਼ਰੂਰ ਠੀਕ ਹੈ ਕਿ ਅਸੀਂ ਆ ਜਿਹੜੇ ਪਿਛਲੇ 90 ਕੁ ਦਿਨਾਂ ਦੇ ਵਿੱਚ ਜਿੰਨੀ ਕੁ ਵੀ ਕੋਸ਼ਿਸ਼ ਕਰਕੇ, ਜਿੰਨੀ ਕੁ ਸਾਡੀ ਸਮਝ ਮੁਤਾਬਕ ਕੰਮ ਕੀਤਾ ਹੈਗਾ, ਇਹ ਲੋਕਾਂ ਨੂੰ ਲੱਗਣ ਜ਼ਰੂਰ ਲੱਗ ਪਿਆ ਵੀ ਹਾਂ ਬਈ ਇਹੋ ਜਿਹੇ ਬੰਦੇ ਵੀ ਹੈਗੇ ਆ ਜਿਹੜੇ ਪੰਜਾਬ ਦੀ ਬਿਹਤਰੀ ਲਈ ਈਵਨ ਕਿ ਦਿਨ ਰਾਤ ਜਿਹੜੇ ਕੰਮ ਕਰ ਸਕਦੇ। ਔਰ ਪੰਜਾਬੀ ਹਮੇਸ਼ਾ ਚੰਗੀ ਸੋਚ ਨਾਲ ਅੱਗੇ ਵੱਧਦਾ ਹੈਗਾ। ਔਰ ਆਉਣ ਵਾਲਾ ਸਮਾਂ ਜਿਹੜਾ ਬਾਕੀ ਤਾਂ ਵੋਟਰ ਨੇ ਦੱਸਣਾ ਹੈਗਾ। ਇੰਡਸਟਰੀਲਿਸਟ ਕਹਿੰਦਾ ਮੇਰੇ ਕੋਲ ਬੱਚਾ ਹੈ ਨਹੀਂ ਸਾਡੀ ਇੰਡਸਟਰੀ ਨੂੰ ਗਾਂਹ ਲੈ ਕੇ ਜਾਣ ਲਈ, ਬੱਚਾ ਕਹਿੰਦਾ ਮੇਰੇ ਕੋਲ ਨੌਕਰੀ ਹੈ ਨਹੀਂ, ਇਹਦਾ ਮਤਲਬ ਇਹ ਹੋਇਆ ਕਿ ਇਹਦੇ ਵਿੱਚ ਗੈਪ ਹੈ। ਔਰ ਚਾਈਨਾ ਨੇ ਅੱਜ ਤੋਂ 30 ਸਾਲ ਪਹਿਲਾਂ ਇਹਦੇ ਤੇ ਕੰਮ ਕਰਨਾ ਸ਼ੁਰੂ ਕਰ ਲਿਆ ਸੀ, ਅੱਜ ਵੀ ਅਸੀਂ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ 5-7 ਸਾਲਾਂ 'ਚ ਅਸੀਂ ਪੰਜਾਬ ਨੂੰ ਦੁਬਾਰਾ ਖੜਾ ਕਰ ਸਕਦੇ ਹਾਂ। ਕੈਪਟਨ ਸਾਹਿਬ ਨੇ ਨਵੀਂ ਪਾਰਟੀ ਬਣਾਈ ਆ, ਤੁਹਾਡੇ ਮੁਤਾਬਕ ਉਹਦਾ ਰਾਜਨੀਤੀ ਤੇ ਕੀ ਅਸਰ ਹੋਊਗਾ? ਕੈਪਟਨ ਸਾਹਿਬ ਨੇ ਮੈਨੂੰ ਲੱਗਦਾ ਕਿ ਇਸ ਉਮਰ ਦੇ ਵਿੱਚ ਜਿੰਨੀ ਕੁ ਇੱਜ਼ਤ ਹੋਣੀ ਚਾਹੀਦੀ ਆ ਉਨੀ ਰੱਖ ਕੇ, ਤੇ ਮੈਨੂੰ ਲੱਗਦਾ ਇਹ ਰੈਸਟ ਦਾ ਸਮਾਂ ਆ, ਕਿਤੇ ਭਗਤੀ ਭੁਗਤੀ ਦਾ ਸਮਾਂ ਆ। ਸਮਾਂ ਥੋੜਾ ਹੀ ਆ, ਮੈਨੂੰ ਨਹੀਂ ਇਹ ਪਤਾ ਹੁੰਦਾ ਵੀ ਹਰ ਬੰਦੇ ਨੂੰ ਨਹੀਂ ਪਤਾ ਹੁੰਦਾ ਕਿੰਨਾ ਕੁ ਸਮਾਂ, ਪਰ ਮੈਨੂੰ ਐ ਲੱਗਦਾ ਇਹ ਜਿਹੜਾ ਸੂਰਜ ਚੜ੍ਹਦਾ ਹੁੰਦਾ ਉਹਨੇ ਢਲਣਾ ਵੀ ਹੁੰਦਾ, ਤੇ ਗ੍ਰੇਸ ਇਹ ਹੁੰਦੀ ਆ ਵੀ ਉਸ ਢਲਦੇ ਸਮੇਂ ਦੇ ਵਿੱਚ ਆਪਾਂ ਆਰਾਮ ਨਾਲ ਘਰੇ ਬਹਿ ਜਾਈਏ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਪੋਲੀਟੀਕਲ ਹੁਣ ਫਿਊਚਰ ਹੈਗਾ। ਜਿਹੜਾ ਖਾਸ ਕਰਕੇ ਬੇਅਦਬੀਆਂ ਦਾ ਮੁੱਦਾ ਹੈਗਾ, ਇਹਨੂੰ ਅਸਲੀ ਗੱਲ ਹੈ ਐਡਮਿਨਿਸਟ੍ਰੇਟਿਵਲੀ ਜਾਂ ਪੋਲੀਟੀਕਲ ਪਾਰਟੀਆਂ ਨੇ ਉਲਝਾਇਆ ਇੰਨਾ ਕਿਆ ਵੀ ਇਹਨਾਂ ਨੂੰ ਕੋਰਟਾਂ ਦੇ ਵਿੱਚ ਲਿਜਾ ਕੇ ਇਹਦੇ ਵਿੱਚ ਗਲਤ ਜਿਹੜੀਆਂ ਇਨਵੈਸਟੀਗੇਸ਼ਨ ਕਰਕੇ ਉਹਨੂੰ ਇੱਕ ਅਲੱਗ ਪਾਸੇ ਨੂੰ ਡਾਇਰੈਕਸ਼ਨ ਦੇ ਕੇ ਇਹਦੇ ਤੇ ਹੋਰ ਸੁਹਿਰਦ ਹੋਣ ਦੀ ਜ਼ਰੂਰਤ ਆ। ਅਸੀਂ ਕੋਸ਼ਿਸ਼ ਇਹ ਕੀਤੀ ਹੈਗੀ ਆ ਪਿਛਲੇ ਸਮੇਂ ਦੇ ਵਿੱਚ ਵੀ ਇਹਦੇ ਤੇ ਜਿੰਨਾ ਕੁ ਵੱਧ ਕੰਮ ਹੋ ਸਕੇ, ਲੇਕਿਨ ਮੈਨੂੰ ਲੱਗਦਾ ਇਹਦੇ ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ।